ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਹੋਏਗੀ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। 1 ਲੱਖ ਤੋਂ ਵੱਧ ਹੋਏ ਕੈਨੇਡਾ ਵਿੱਚ ਪੱਕੇ। ਇਮੀਗ੍ਰੇਸ਼ਨ ਬਾਰੇ ਆਈ ਖੁਸ਼ਖਬਰੀ। ਯਾਤਰੀਆਂ ਦੇ ਨਵੀਂ ਸ਼ਰਤ ਲਾਗੂ, ਜਾਣੋ ਕੀ ਹੋਵੇਗਾ ਜ਼ਰੂਰੀ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਛੇਤੀ ਲੱਗਣਗੇ ਸਪਾਊਸ ਵੀਜ਼ੇ। ਕੌਣ ਕੱਢ ਰਿਹਾ ਟਰੂਡੋ ਨੂੰ ਗਾਲਾਂ, ਟਰੂਡੋ ਖਿਲਾਫ ਪ੍ਰਦਰਸ਼ਨ ਕਿਉਂ। ਬਾਇਓਮੈਟ੍ਰਿਕ ਤੋਂ ਮਿਲੀ ਰਾਹਤ, ਯੂਕਰੇਨ ਤੋਂ ਆਉਣ ਵਾਲਿਆਂ ਨੂੰ ਢਿੱਲ। ਇਸ ਹਫ਼ਤੇ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ 1 ਲੱਖ ਤੋਂ ਵੱਧ ਨੂੰ ਪੱਕੇ ਕੀਤਾ ਗਿਆ। ਭਾਵ ਕਿ 1 ਲੱਖ ਤੋਂ ਵੱਧ ਪੀਆਰ ਕੈਨੇਡਾ ਦੇ ਵਿੱਚ ਲੈਂਡ ਹੋਏ ਨੇ, ਜਿਸ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਮੀਗ੍ਰੇਸ਼ਨ ਦੇ ਬਾਰੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ, ਜਿੱਥੇ ਸਾਲ 2022 ਦੌਰਾਨ ਹੁਣ ਤੱਕ 1,08,000 ਪੀਆਰ ਦਾ ਸਵਾਗਤ ਕੀਤਾ ਗਿਆ। ਇਸ ਬਾਰੇ IRCC ਵੱਲੋਂ ਅੰਕੜਾ ਜਾਰੀ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ 2022 ਦੇ ਪਹਿਲੇ ਕੁਆਰਟਰ ਦੌਰਾਨ ਉਹਨਾਂ ਵੱਲੋਂ 1,47,000 ਦੇ ਵਾਸਤੇ ਜਿਹੜਾ ਟਾਰਗੇਟ ਤੈਅ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰ ਲਿਆ ਗਿਆ ਹੈ। ਹੁਣ ਤੱਕ ਵਿਭਾਗ ਵੱਲੋਂ 1,08,000 ਨਵੇਂ ਪੀਆਰ ਦਾ ਸਵਾਗਤ ਕੀਤਾ ਗਿਆ। ਦੱਸੀਏ ਕਿ IRCC ਵੱਲੋਂ ਲਗਾਤਾਰ ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਬਦਲਾਵ ਕਰਨ ਦੇ ਲਈ ਚੰਗੇ ਕਦਮ ਚੁੱਕੇ ਜਾ ਰਹੇ ਨੇ, ਜਿੱਥੇ ਉਹਨਾਂ ਵੱਲੋਂ ਆਨਲਾਈਨ ਟੈਸਟਿੰਗ, ਵਰਚੁਅਲ ਸਿਟੀਜ਼ਨਸ਼ਿਪ ਸੈਰੇਮਨੀਜ਼ ਆਫਰ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਅਰਜ਼ੀਆਂ ਦੇ ਵਾਸਤੇ ਆਨਲਾਈਨ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਐਪਲੀਕੈਂਟਸ ਦੇ ਲਈ ਸੌਖਾ ਹੋ ਗਿਆ ਹੈ ਕਿ ਉਹ ਘਰ ਬਹਿ ਕੇ ਹੀ ਆਪਣੀ ਫਾਈਲ ਦਾ ਸਟੇਟਸ ਜਾਣ ਸਕਦੇ ਨੇ। ਦੱਸਣਯੋਗ ਹੈ ਕਿ IRCC ਵੱਲੋਂ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਜਿਹੜਾ ਇਸ ਸਾਲ ਵਾਸਤੇ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਦੇ ਲਈ ਵਿਭਾਗ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋ ਗਿਆ ਹੈ, ਜਿਸ ਦੇ ਉੱਪਰ ਜਲਦ ਉਹਨਾਂ ਵੱਲੋਂ ਫੈਸਲਾ ਸੁਣਾਇਆ ਜਾਵੇਗਾ। ਲਗਾਤਾਰ ਉਹ ਇਸ ਬਾਰੇ ਵੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ, ਪਰ ਚੰਗੀ ਖਬਰ ਸਾਹਮਣੇ ਆਈ ਹੈ ਕਿ ਸਾਲ 2022 ਦੀ ਸ਼ੁਰੂਆਤ ਵਿੱਚ ਹੀ 1,08,000 ਪੀਆਰ ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਗਿਆ। ਇਸ ਹਫ਼ਤੇ ਤੋਂ ਜਿਹੜੇ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ, ਜਾਣੀ ਕਿ ਜਿਨ੍ਹਾਂ ਵੱਲੋਂ 1 ਅਪ੍ਰੈਲ ਤੋਂ ਐਂਟਰੀ ਲਈ ਜਾ ਰਹੀ ਹੈ, ਉਹਨਾਂ ਦੇ ਉੱਪਰ ਨਵੀਆਂ ਸ਼ਰਤਾਂ ਲਾਗੂ ਹੋ ਗਈਆਂ ਨੇ। ਫੁੱਲੀ ਵੈਕਸੀਨੇਟਡ ਯਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ, ਉਹਨਾਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਪਰ ਦੂਜੇ ਪਾਸੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਟੀਕਾ ਲਗਵਾਇਆ ਗਿਆ ਜਾਂ ਫਿਰ ਜਿਹੜੇ ਪਾਰਸ਼ਲੀ ਵੈਕਸੀਨੇਟਡ ਨੇ, ਉਹਨਾਂ ਵਾਸਤੇ ਕੀ ਜਾਣਕਾਰੀ ਸਾਹਮਣੇ ਆਈ ਹੈ, ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਅੱਜ ਤੋਂ ਜਿਹੜੇ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਉਹਨਾਂ ਦੇ ਉੱਪਰ ਹੁਣ ਨਵੀਆਂ ਸ਼ਰਤਾਂ ਲਾਗੂ ਹੋਣ ਜਾ ਰਹੀਆਂ ਨੇ। ਅੱਜ ਤੋਂ ਜਿਹੜੇ ਵੀ ਯਾਤਰੀ ਕੈਨੇਡਾ ਵਿੱਚ ਦਾਖਲ ਹੋਣਗੇ, ਹੁਣ ਉਹਨਾਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਪਰ ਇਹ ਸ਼ਰਤ ਉਹਨਾਂ ਦੇ ਉੱਪਰ ਲਾਗੂ ਹੋ ਰਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕੀਤੇ। ਪਿਛਲੇ ਦਿਨੀ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ 1 ਅਪ੍ਰੈਲ ਤੋਂ ਹੀ ਫੁੱਲੀ ਵੈਕਸੀਨੇਟਡ ਯਾਤਰੀਆਂ ਨੂੰ ਪ੍ਰੀ ਅਰਾਈਵਲ ਕੋਵਿਡ-19 ਟੈਸਟ ਤੋਂ ਰਾਹਤ ਦਿੱਤੀ ਜਾ ਰਹੀ ਹੈ। ਇਹਨਾਂ ਆਉਣ ਵਾਲੇ ਯਾਤਰੀਆਂ ਦੇ ਵਾਸਤੇ ਕੀ ਜ਼ਰੂਰੀ ਹੈ, ਤੁਹਾਨੂੰ ਦੱਸਦੇ ਹਾਂ। ਹੁਣ ਜਿਹੜੇ ਯਾਤਰੀ ਅੱਜ ਤੋਂ ਕੈਨੇਡਾ ਦੇ ਵਿੱਚ ਆਉਣਗੇ ਤੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾਏ ਹੋਏ ਨੇ, ਉਹਨਾਂ ਨੂੰ ਆਪਣਾ ਵੈਕਸੀਨੇਸ਼ਨ ਸਟੇਟਸ ਦੱਸਣਾ ਹੋਵੇਗਾ। ਸਾਰੀ ਜ਼ਰੂਰੀ ਜਾਣਕਾਰੀ ਉਹਨਾਂ ਵਾਸਤੇ ਅਰਾਈਵ ਕੈਨ ਐਪ ਦੇ ਉੱਪਰ ਭਰਨੀ ਜ਼ਰੂਰੀ ਹੋਵੇਗੀ। ਇਹ ਸਭ ਕੁਝ ਉਹਨਾਂ ਵੱਲੋਂ ਬਾਰਡਰ ਕ੍ਰਾਸਿੰਗ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ। ਜਿਹੜੇ ਅਜਿਹਾ ਕਰਨ ਤੋਂ ਬਿਨਾਂ ਆਉਣਗੇ, ਭਾਵ ਜਿਹੜੇ ਅਰਾਈਵ ਕੈਨ ਦੇ ਉੱਪਰ ਆਪਣੀ ਜਾਣਕਾਰੀ ਨਹੀਂ ਭਰਨਗੇ, ਉਹਨਾਂ ਨੂੰ ਜਾਂ ਤਾਂ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਪਏਗਾ ਜਾਂ ਫਿਰ ਕੈਨੇਡਾ ਪਹੁੰਚਣ ਦੇ ਉੱਪਰ ਉਹਨਾਂ ਦਾ ਟੈਸਟ ਹੋਵੇਗਾ। ਜਿਹੜੇ ਕਰੂਜ਼ ਦੇ ਰਾਹੀਂ ਜਾਂ ਫਿਰ ਜਹਾਜ਼ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ 72 ਘੰਟੇ ਦੌਰਾਨ ਅਰਾਈਵ ਕੈਨ ਦੇ ਉੱਪਰ ਸਾਰੀ ਇਨਫੋਰਮੇਸ਼ਨ ਅਪਲੋਡ ਕਰ ਦੇਣ। ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਸਿਰਫ ਇੱਕ ਟੀਕਾ ਲਗਵਾਇਆ ਹੋਵੇਗਾ ਜਾਂ ਫਿਰ ਜਿਹੜੇ ਅਨਵੈਕਸੀਨੇਟਡ ਯਾਤਰੀ ਨੇ, ਅਜੇ ਵੀ ਉਹਨਾਂ ਨੂੰ ਟੈਸਟਿੰਗ ਤੋਂ ਅਤੇ ਕੁਆਰੰਟੀਨ ਦੀ ਰਿਕੁਆਇਰਮੈਂਟ ਤੋਂ ਲੰਘਣਾ ਜ਼ਰੂਰੀ ਹੋਵੇਗਾ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ, ਜੌਨਸਨ, ਭਾਰਤ ਬਾਇਓਟੈਕ, ਨੋਵਾਵੈਕਸ, ਸਿਨੋਵੈਕਸ, ਇਹਨਾਂ तमाम ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਵੱਲੋਂ ਇਹਨਾਂ ਵਿੱਚੋਂ ਹੀ ਕਿਸੇ ਵੈਕਸੀਨ ਦੇ 2 ਸ਼ਾਟਸ ਹਾਸਲ ਕੀਤੇ ਗਏ ਹੋਣ। ਅਜੇ ਦਾਖਲੇ ਸੰਬੰਧੀ ਬੂਸਟਰ ਡੋਜ਼ ਨੂੰ ਲਾਜ਼ਮੀ ਨਹੀਂ ਕੀਤਾ ਗਿਆ। ਸੋ ਜਿਹੜੇ ਵੀ ਯਾਤਰੀ ਅੱਜ ਤੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਜਾ ਰਹੇ ਨੇ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣ ਅਤੇ ਆਪਣੀ ਉਡਾਨ ਤੋਂ ਪਹਿਲਾਂ ਅਰਾਈਵ ਕੈਨ ਐਪ ਦੇ ਰਾਹੀਂ ਸਾਰੀ ਇਨਫੋਰਮੇਸ਼ਨ ਅਪਲੋਡ ਕਰਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਹਫ਼ਤੇ ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਹੁਣ ਸਪਾਊਸ ਵੀਜ਼ੇ ਵਾਲਿਆਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਏਗਾ। ਇਹ ਜਾਣਕਾਰੀ ਨਵੇਂ ਐਪਲੀਕੈਂਟਸ ਵਾਸਤੇ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪ੍ਰੋਸੈਸਿੰਗ ਦੇ ਵਿੱਚ ਕਿੰਨਾ ਸਮਾਂ ਲੱਗੇਗਾ। ਸਪਾਊਸ ਵੀਜ਼ਾ ਵਾਲਿਆਂ ਨੂੰ ਕੈਨੇਡਾ ਵਿੱਚ ਆਉਣ ਲਈ ਕਿੰਨਾ ਸਮਾਂ ਲੱਗੇਗਾ, ਇਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, IRCC ਦਾ ਕਹਿਣਾ ਹੈ ਕਿ ਜਿਹੜੇ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਹਨ, ਉਹਨਾਂ ਨੂੰ 12 ਮਹੀਨਿਆਂ ਦੀ ਪ੍ਰੋਸੈਸਿੰਗ ਦਾ ਸਮਾਂ ਲੱਗੇਗਾ। ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਪੈਂਡੈਮਿਕ ਤੋਂ ਬਾਅਦ ਹੁਣ ਸਪਾਊਸਲ ਸਪਾਂਸਰਸ਼ਿਪ ਵਾਸਤੇ 12 ਮਹੀਨਿਆਂ ਦੀ ਪ੍ਰੋਸੈਸਿੰਗ ਮੁੜ ਤੋਂ ਆ ਗਈ ਹੈ।
ਇਹ ਜਾਣਕਾਰੀ ਉਹਨਾਂ ਵੱਲੋਂ ਨਵੇਂ ਐਪਲੀਕੈਂਟਸ ਲਈ ਸਾਂਝੀ ਕੀਤੀ ਗਈ ਹੈ। ਸਰਕਾਰੀ ਰਿਲੀਜ਼ ਦੇ ਵਿੱਚ ਦੱਸਿਆ ਗਿਆ ਹੈ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਪਣੇ ਸਿਸਟਮ ਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ IRCC ਵੱਲੋਂ ਇੱਕ ਪੋਰਟਲ ਲਾਂਚ ਕੀਤਾ ਗਿਆ ਸੀ, ਜਿਸ ਰਾਹੀਂ ਸਪਾਊਸਲ ਅਤੇ ਚਾਈਲਡ ਸਪਾਂਸਰਸ਼ਿਪ ਐਪਲੀਕੈਂਟਸ ਆਪਣੀ ਐਪਲੀਕੇਸ਼ਨ ਨੂੰ ਟਰੈਕ ਕਰ ਸਕਦੇ ਨੇ, ਭਾਵ ਕਿ ਘਰ ਬਹਿ ਕੇ ਹੀ ਉਹ ਆਪਣੀ ਅਰਜ਼ੀ ਦਾ ਸਟੇਟਸ ਚੈੱਕ ਕਰ ਸਕਣਗੇ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਨਲੈਂਡ ਅਤੇ ਆਊਟਲੈਂਡ ਐਪਲੀਕੈਂਟਸ ਦੋਨਾਂ ਨੂੰ ਹੀ ਪ੍ਰੋਸੈਸਿੰਗ ਵਿੱਚ 12 ਮਹੀਨੇ ਦਾ ਸਮਾਂ ਲੱਗੇਗਾ। ਇਸ ਵਿੱਚ ਬਾਇਓਮੈਟ੍ਰਿਕਸ ਅਤੇ ਹੋਰ ਵੀ ਕਈ ਚੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸਪਾਊਸਲ ਸਪਾਂਸਰਸ਼ਿਪ ਵਾਸਤੇ ਐਲੀਜੀਬਿਲਟੀ ਕੀ ਹੈ। ਉਹੀ ਕੈਨੇਡੀਅਨਸ ਸਪਾਂਸਰ ਬਣ ਸਕਦੇ ਨੇ ਜਿਨ੍ਹਾਂ ਦੀ ਉਮਰ ਘੱਟੋ ਘੱਟ 18 ਸਾਲ ਹੋਵੇ, ਉਹ ਕੈਨੇਡੀਅਨ ਸਿਟੀਜ਼ਨ ਜਾਂ ਫਿਰ PR ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਜਾਂ ਫਿਰ ਉਹ ਕੈਨੇਡੀਅਨ ਇੰਡੀਅਨ ਐਕਟ ਅਧੀਨ ਰਜਿਸਟਰਡ ਹੋਣ। ਸਪਾਂਸਰਸ ਨੂੰ ਫਾਈਨੈਂਸ਼ੀਅਲ ਨੀਡਸ ਆਪਣੇ ਸਪਾਂਸਰਡ ਪਰਸਨ ਵਾਸਤੇ ਸ਼ੋਅ ਕਰਨੀਆਂ ਜ਼ਰੂਰੀ ਹੋਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਆਪਣੀ ਅਰਜ਼ੀ ਨੂੰ ਜਮ੍ਹਾਂ ਕਿਵੇਂ ਕਰਵਾਉਣਾ ਹੈ। ਸਭ ਤੋਂ ਪਹਿਲਾਂ IRCC ਤੋਂ ਐਪਲੀਕੇਸ਼ਨ ਪੈਕੇਜ ਲੈਣਾ ਹੋਵੇਗਾ। IRCC ਦੀ ਫੀਸ ਦੇਣੀ ਹੋਵੇਗੀ। ਇਸ ਵਿੱਚ ਪ੍ਰੋਸੈਸਿੰਗ ਫੀਸ ਅਤੇ ਹੋਰ ਕਈ ਫੀਸ ਸ਼ਾਮਿਲ ਹੋਣਗੀਆਂ। ਇਹ ਫੀਸ IRCC ਦੀ ਵੈਬਸਾਈਟ ਦੇ ਰਾਹੀਂ ਜਮ੍ਹਾਂ ਕਰਵਾਉਣੀ ਪਏਗੀ। ਫਿਰ ਬਾਅਦ ਦੇ ਵਿੱਚ IRCC ਨੂੰ ਆਪਣੀ ਪੂਰੀ ਅਰਜ਼ੀ ਮੇਲ ਕਰਨੀ ਪਵੇਗੀ ਤੇ IRCC ਵੱਲੋਂ ਪ੍ਰੋਸੈਸਿੰਗ ਦੇ ਵਿੱਚ ਹੁਣ 12 ਮਹੀਨੇ ਦਾ ਸਮਾਂ ਲਗਾਉਣ ਦੀ ਗੱਲ ਕਹੀ ਗਈ ਹੈ। ਇਸ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਵਿਰੋਧ ਕੀਤਾ ਗਿਆ। ਉਹਨਾਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ, ਜਿਸ ਦੇ ਵਿੱਚ ਟਰੂਡੋ ਖਿਲਾਫ ਗਾਲਾਂ ਲਿਖੀਆਂ ਹੋਈਆਂ ਸਨ। ਗਲਤ ਸ਼ਬਦਾਵਲੀ ਦੀ ਇਹਨਾਂ ਵੱਲੋਂ ਵਰਤੋਂ ਕੀਤੀ ਜਾ ਰਹੀ ਸੀ, ਜਿਨ੍ਹਾਂ ਵੱਲੋਂ ਕੁਝ ਗੱਲਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਸੀ। ਕੀ ਹੈ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਵੈਨਕੂਵਰ ਦੇ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਨ੍ਹਾਂ ਪ੍ਰੋਟੈਸਟਰਸ ਦੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਗਾਲਾਂ ਲਿਖੀਆਂ ਹੋਈਆਂ ਸਨ। ਦਰਅਸਲ ਵੈਨਕੂਵਰ ਦੇ ਫੇਅਰਮਾਊਂਟ ਹੋਟਲ ਦੇ ਬਾਹਰ ਐਂਟੀ ਟਰੂਡੋ ਪ੍ਰੋਟੈਸਟਰਸ ਇਕੱਠੇ ਹੋਏ, ਜਿਹੜੇ ਕਿ ਉੱਚੀ ਆਵਾਜ਼ ਵਿੱਚ ਹਾਰਨ ਵਜਾਉਂਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਉਹਨਾਂ ਦੇ ਹੱਥਾਂ ਵਿੱਚ ਸਾਈਨ ਬੋਰਡ ਫੜੇ ਹੋਏ ਸਨ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਗਲਤ ਸ਼ਬਦਾਵਲੀ ਲਿਖੀ ਹੋਈ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਵੈਨਕੂਵਰ ਦੇ ਵਿੱਚ ਪਹੁੰਚੇ ਹੋਏ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਲੀਅਮਸ ਲੇਕ ਫਰਸਟ ਨੇਸ਼ਨ ਪਹੁੰਚੇ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਰਵਾਇਤੀ ਤਰੀਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਹੋ ਰਿਹਾ ਸੀ, ਪਰ ਦੂਜੇ ਪਾਸੇ ਕੁਝ ਅਜਿਹੇ ਪ੍ਰਦਰਸ਼ਨਕਾਰੀ ਵੀ ਸਨ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਵੈਕਸੀਨ ਦੇ ਖਿਲਾਫ ਆਪਣੇ ਵਿਚਾਰ ਰੱਖੇ ਜਾ ਰਹੇ ਨੇ। ਇਸ ਦੀਆਂ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਇਸ ਹਫ਼ਤੇ ਵੱਡੀ ਰਾਹਤ ਦਿੱਤੀ ਗਈ, ਜਿੱਥੇ ਕਈਆਂ ਨੂੰ ਬਾਇਓਮੈਟ੍ਰਿਕ ਕਰਾਉਣ ਦੀ ਜ਼ਰੂਰਤ ਨਹੀਂ ਹੋਏਗੀ। ਇਹ ਰਾਹਤ ਉਹਨਾਂ ਨੂੰ ਦਿੱਤੀ ਗਈ ਜਿਹੜੇ ਯੂਕਰੇਨ ਤੋਂ ਕੈਨੇਡਾ ਦੇ ਵਿੱਚ ਆਉਣਗੇ। ਇਸ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕਿਹਨਾਂ ਨੂੰ ਰਾਹਤ ਦਿੱਤੀ ਗਈ ਹੈ। IRCC ਵੱਲੋਂ ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਰਾਹਤ ਦੇਣ ਦੇ ਬਾਰੇ ਐਲਾਨ ਕੀਤਾ ਗਿਆ। ਦਰਅਸਲ ਇਹ ਰਾਹਤ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਯੂਕਰੇਨ ਤੋਂ ਕੈਨੇਡਾ ਵਿੱਚ ਆਉਣਗੇ। ਹਾਲ ਹੀ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਯੂਕਰੇਨ ਰਿਫਿਊਜੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ। ਮੌਜੂਦਾ ਸਮੇਂ ਜਿਹੜੇ ਵੀ ਕੈਨੇਡਾ ਵਿੱਚ ਆ ਰਹੇ ਨੇ ਉਹਨਾਂ ਵਾਸਤੇ ਬਾਇਓਮੈਟ੍ਰਿਕ ਕਾਫੀ ਜ਼ਰੂਰੀ ਹੈ, ਪਰ ਹੁਣ ਯੂਕਰੇਨ ਤੋਂ ਆਉਣ ਵਾਲੇ ਕੁਝ ਲੋਕਾਂ ਨੂੰ ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਕਿਹਨਾਂ ਨੂੰ ਇਹ ਰਾਹਤ ਦਿੱਤੀ ਜਾ ਰਹੀ ਹੈ, ਇਹ ਵੀ IRCC ਵੱਲੋਂ ਦੱਸਿਆ ਗਿਆ। ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋਵੇਗੀ, ਜਿਨ੍ਹਾਂ ਕੋਲ ਪਹਿਲਾਂ ਕੈਨੇਡਾ ਦਾ ਵੀਜ਼ਾ ਹੋਵੇਗਾ ਤੇ ਜਿਨ੍ਹਾਂ ਕੋਲ ਕੋਈ ਵੀ ਡੈਰੋਗੇਟਰੀ ਇਮੀਗ੍ਰੇਸ਼ਨ ਹਿਸਟਰੀ ਨਹੀਂ ਹੋਵੇਗੀ, ਉਹਨਾਂ ਨੂੰ IRCC ਵੱਲੋਂ ਲੋ ਰਿਸਕ ਕੈਟਾਗਰੀ ਦੇ ਵਿੱਚ ਪਾਇਆ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਉਮਰ 14 ਸਾਲ ਤੋਂ ਹੇਠਾਂ ਹੈ, ਉਹਨਾਂ ਨੂੰ ਬਾਇਓਮੈਟ੍ਰਿਕਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਰਾਹਤ ਵਿਭਾਗ ਵੱਲੋਂ ਇਸ ਕਰਕੇ ਦਿੱਤੀ ਜਾ ਰਹੀ ਹੈ ਤਾਂ ਕਿ ਯੂਕਰੇਨ ਤੋਂ ਰਿਫਿਊਜੀ ਜਲਦ ਤੋਂ ਜਲਦ ਕੈਨੇਡਾ ਆ ਸਕਣ। ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ, ਜੋ ਕਿ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਾਰ ਐਮਰਜੈਂਸੀ ਟਰੈਵਲ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦੇ ਰਾਹੀਂ 3 ਸਾਲਾ ਓਪਨ ਵਰਕ ਪਰਮਿਟ ਯੂਕਰੇਨ ਰਿਫਿਊਜੀਆਂ ਵਾਸਤੇ ਲਿਆਂਦਾ ਗਿਆ ਤੇ ਹੁਣ ਲਗਾਤਾਰ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਸਾਨੀ ਨਾਲ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀ ਕੈਨੇਡਾ ਵਿੱਚ ਆ ਕੇ ਰਹਿ ਸਕਣ। ਇਸ ਹਫ਼ਤੇ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਦੱਸ ਦਈਏ ਕਿ 900 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਨੇ। ਪਹਿਲਾਂ ਜੋ ਡਰਾਅ ਕੱਢੇ ਜਾ ਰਹੇ ਸਨ, ਉਸ ਦੇ ਵਿੱਚ 1000 ਤੋਂ ਵੱਧ ਸੱਦੇ ਦਿੱਤੇ ਜਾ ਰਹੇ ਸਨ, ਪਰ ਹੁਣ 900 ਤੋਂ ਵੱਧ ਨੂੰ ਹੀ ਇਨਵੀਟੇਸ਼ਨ ਦਿੱਤੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ।
ਜੋ ਪੀਐਨਪੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਐਲਾਨ ਕੀਤਾ ਗਿਆ, ਇਸ ਵਿੱਚ 919 ਉਮੀਦਵਾਰਾਂ ਦੀ ਕਿਸਮਤ ਜਾਗੀ। ਇਹ ਡਰਾ 30 ਮਾਰਚ ਦੌਰਾਨ ਕੱਢਿਆ ਗਿਆ, ਜਿੱਥੇ ਕਈ ਉਮੀਦਵਾਰਾਂ ਨੂੰ ਪੀਆਰ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਕੈਂਡੀਡੇਟਸ ਨੂੰ ਨਵੇਂ ਇਨਵੀਟੇਸ਼ਨ ਰਾਉਂਡ ਵਿੱਚ ਸੱਦੇ ਦਿੱਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ, ਉਹਨਾਂ ਕੋਲ ਘੱਟੋ-ਘੱਟ 785 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣੇ ਜ਼ਰੂਰੀ ਸਨ। ਦੱਸ ਦਈਏ ਕਿ ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ, ਉਹਨਾਂ ਕੋਲ 60 ਦਿਨ ਦਾ ਸਮਾਂ ਹੈ ਕਿ ਉਹ ਕੈਨੇਡੀਅਨ ਪੀਆਰ ਦੇ ਵਾਸਤੇ ਅਪਲਾਈ ਕਰਦੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਡਰਾ ਕੱਢਿਆ ਗਿਆ ਸੀ, ਉਸ ਵਿੱਚ ਵੀ 900 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਸਨ। IRCC ਵੱਲੋਂ 924 ਪੀਐਨਪੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਪੀਐਨਪੀ ਸਪੈਸੀਫਿਕ ਡਰਾ ਤਾਂ ਕੱਢੇ ਜਾ ਰਹੇ ਨੇ, ਪਰ ਦੂਜੇ ਪਾਸੇ ਅਜੇ ਉਡੀਕ ਕੀਤੀ ਜਾ ਰਹੀ ਹੈ ਕਿ ਫੈਡਰਲ ਲੈਵਲ ਦੇ ਡਰਾ ਕਦੋਂ ਐਲਾਨ ਕੀਤੇ ਜਾਣਗੇ। ਪਿਛਲੇ ਦਿਨੀ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਸੀ, ਜਿਸ ਵਿੱਚ ਵਿਭਾਗ ਵੱਲੋਂ ਇਸ ਸੰਕੇਤ ਦਿੱਤਾ ਗਿਆ ਸੀ ਕਿ ਜਲਦ ਹੀ ਵੱਡੇ ਡਰਾ ਕੱਢਣ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦੇ ਸਵਾਗਤ ਦਾ IRCC ਵੱਲੋਂ ਟੀਚਾ ਤੈਅ ਕੀਤਾ ਗਿਆ ਹੈ। ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਉਸ ਮੁਤਾਬਕ ਇਹ ਟਾਰਗੇਟ ਤੈਅ ਕੀਤਾ ਗਿਆ ਕਿ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਕੈਨੇਡਾ ਵਿੱਚ ਇਸ ਸਾਲ ਸਵਾਗਤ ਕੀਤਾ ਜਾਵੇ। ਵਿਭਾਗ ਇਸ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਕਾਫੀ ਗੰਭੀਰ ਨਜ਼ਰ ਆ ਰਿਹਾ। ਜੋ ਪਿਛਲੇ ਸਾਲ ਟਾਰਗੇਟ ਤੈਅ ਕੀਤਾ ਗਿਆ ਸੀ, ਉਸ ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਦੂਜੇ ਪਾਸੇ ਫਾਈਲਾਂ ਦਾ ਬੈਕਲੌਗ ਵੀ ਇਕੱਠਾ ਹੋਇਆ ਹੈ, ਜਿਸ ਨੂੰ ਲੈ ਕੇ ਵੀ ਵਿਭਾਗ ਲਗਾਤਾਰ ਜਾਣਕਾਰੀ ਦੇ ਰਿਹਾ ਹੈ। IRCC ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਗਿਆ, ਪਹਿਲਾਂ ਉਹਨਾਂ ਨੂੰ ਨਿਪਟਾਇਆ ਜਾਵੇ, ਭਾਵ ਕਿ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਫੈਡਰਲ ਲੈਵਲ ਦੇ ਡਰਾ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਕੱਢਣ ਦੀ ਸ਼ੁਰੂਆਤ ਮੁੜ ਤੋਂ ਕਦੋਂ ਕੀਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਯਾਤਰੀ ਟੂਰਿਸਟ ਦਾ ਸਵਾਗਤ ਕਰ ਸਕਣ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਯਾਤਰੀਆਂ ਸੰਬੰਧੀ ਜੋ ਯਾਤਰਾ ਕਰਕੇ ਆਉਣਗੇ, ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ, ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਟੂਰਿਸਟ ਨੂੰ ਅਟਰੈਕਟ ਕੀਤਾ ਜਾਵੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਟੂਰਿਸਟ ਦਾ ਸਵਾਗਤ ਕਰਨ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਡੈਸਟੀਨੇਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਦੇ ਸੰਬੰਧ ਵਿੱਚ ਪਹਿਲੀ ਅੰਤਰਰਾਸ਼ਟਰੀ ਮਾਰਕੀਟਿੰਗ ਕੈਂਪੇਨ ਲਿਆਂਦੀ ਗਈ ਹੈ। ਇਸ ਦਾ ਨਾਮ ਦ ਬ੍ਰਿਟਿਸ਼ ਕੋਲੰਬੀਆ ਇਫੈਕਟ ਫਾਈਂਡ ਯੋਰਸੈਲਫ ਰੱਖਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ, ਕੈਲੀਫੋਰਨੀਆ, ਵਾਸ਼ਿੰਗਟਨ ਅਤੇ UK ਤੋਂ ਆਉਣ ਵਾਲੇ ਟਰੈਵਲਰਸ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਵਿੱਚ ਓਨਟਾਰੀਓ ਦੇ ਟਰੈਵਲਰਸ ਵੀ ਟਾਰਗੇਟਡ ਹੋਣਗੇ। ਡੈਸਟੀਨੇਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ TV, ਵੀਡੀਓ, ਨਿਊਜ਼ ਪ੍ਰਿੰਟ, ਮੈਗਜ਼ੀਨ ਅਤੇ ਡਿਜੀਟਲ ਐਡਵਰਟਾਈਜ਼ਿੰਗ ਦੇ ਜ਼ਰੀਏ ਟੂਰਿਸਟ ਨੂੰ ਬ੍ਰਿਟਿਸ਼ ਕੋਲੰਬੀਆ ਦੇ ਬਾਰੇ ਦੱਸਿਆ ਜਾਵੇਗਾ। ਇਸ ਕੈਂਪੇਨ ਦੇ ਵਿੱਚ ਰੇਨ ਫੋਰੈਸਟ, ਮਾਊਂਟੇਨ, ਓਸ਼ੀਅਨ, ਵਾਈਲਡ ਲਾਈਫ, ਸ਼ਹਿਰ ਅਤੇ ਹੋਰ ਜਿਹੜੀਆਂ ਚੀਜ਼ਾਂ ਕੁਦਰਤ ਦੇ ਕਰੀਬ ਹਨ, ਉਹਨਾਂ ਨੂੰ ਫੋਕਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਪੈਂਡੈਮਿਕ ਦੇ ਕਾਰਨ ਵੱਖ-ਵੱਖ ਚੀਜ਼ਾਂ ਪ੍ਰਭਾਵਿਤ ਹੋਈਆਂ ਤੇ ਇਸ ਦਾ ਅਸਰ ਟੂਰਿਜ਼ਮ ਦੇ ਉੱਪਰ ਵੀ ਪਿਆ। ਬ੍ਰਿਟਿਸ਼ ਕੋਲੰਬੀਆ ਟੂਰਿਜ਼ਮ ਸੈਕਟਰ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਪਾਬੰਦੀਆਂ ਫੈਡਰਲ ਸਰਕਾਰ ਵੱਲੋਂ ਲਗਾਈਆਂ ਗਈਆਂ, ਉਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਕਿ ਯਾਤਰੀ ਇੱਥੇ ਆਉਣ ਅਤੇ ਜਿਹੜਾ ਉਹਨਾਂ ਨੂੰ ਪੈਂਡੈਮਿਕ ਦੇ ਕਾਰਨ ਘਾਟਾ ਸਹਿਣਾ ਪਿਆ ਹੈ, ਉਹ ਘਾਟੇ ਤੋਂ ਬਾਹਰ ਆ ਸਕਣ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਪਾਬੰਦੀਆਂ ਹਟਾਈਆਂ ਜਾਣ ਤੋਂ ਬਾਅਦ ਤਿਆਰੀ ਕੀਤੀ ਜਾ ਰਹੀ ਹੈ ਕਿ ਇੱਥੇ ਯਾਤਰੀਆਂ ਦਾ ਸਵਾਗਤ ਕੀਤਾ ਜਾਵੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ। ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਸਪੀਡ ਲਿਮਿਟ ਅੰਦਰ ਬਦਲਾਅ ਕੀਤਾ ਜਾ ਰਿਹਾ ਹੈ। ਕਈ ਥਾਵਾਂ ਦੇ ਉੱਪਰ ਇਹ ਚੇਂਜਸ ਕੀਤੀਆਂ ਜਾ ਰਹੀਆਂ ਨੇ, ਜਿਸ ਬਾਰੇ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ। ਕਿਹੜੀਆਂ ਥਾਵਾਂ ਦੇ ਉੱਪਰ ਹੁਣ ਕਿੰਨੀ ਸਪੀਡ ਲਿਮਿਟ ਹੋਵੇਗੀ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਦੀਆਂ ਸੜਕਾਂ ਉੱਪਰ ਵਾਹਨ ਚਲਾਉਣ ਵਾਲੇ ਧਿਆਨ ਦੇਣ, ਕਿਉਂਕਿ ਹੁਣ ਇੱਥੇ ਸਪੀਡ ਲਿਮਿਟ ਦੇ ਬਾਰੇ ਇੱਕ ਐਲਾਨ ਕਰ ਦਿੱਤਾ ਗਿਆ ਹੈ। ਓਨਟਾਰੀਓ ਵੱਲੋਂ ਆਪਣੇ ਹਾਈਵੇਜ਼ ਉੱਪਰ 110 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਲਿਮਿਟ ਨੂੰ ਪਰਮਨੈਂਟ ਕਰ ਦਿੱਤਾ ਗਿਆ। ਜੀ ਹਾਂ, ਓਨਟਾਰੀਓ ਸਰਕਾਰ ਵੱਲੋਂ ਹੁਣ ਸੂਬੇ ਦੇ ਕੁਝ ਹਾਈਵੇਜ਼ ਦੇ 6 ਸੈਕਸ਼ਨਾਂ ਉੱਪਰ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪ੍ਰੋਵਿੰਸ ਵੱਲੋਂ 2019 ਵਿੱਚ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 22 ਅਪ੍ਰੈਲ ਤੋਂ ਇਹਨਾਂ ਸਪੀਡ ਲਿਮਿਟਸ ਨੂੰ ਹਮੇਸ਼ਾ ਲਈ ਪੱਕਾ ਕਰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਪ੍ਰੋਵਿੰਸ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਈਵੇ ਦੇ ਕੁਝ ਹਿੱਸਿਆਂ ਨੂੰ ਤੇਜ਼ ਰਫ਼ਤਾਰ ਨੂੰ ਜਾਰੀ ਰੱਖ ਸਕਣ ਦੀ ਕੈਪੈਸਿਟੀ ਦੇ ਹਿਸਾਬ ਨਾਲ ਚੁਣਿਆ ਗਿਆ ਹੈ। ਹੁਣ ਜੋ ਸਪੀਡ ਲਿਮਿਟ ਵਧਾਈ ਗਈ ਹੈ, ਇਹ ਹੈਮਿਲਟਨ ਤੋਂ ਸੇਂਟ ਕੈਥਰੀਨਸ ਤੱਕ ਕੁਈਨ ਐਲਿਜ਼ਾਬੈਥ ਵੇ, ਲੰਡਨ ਤੋਂ ਸਾਰਨੀਆ ਤੱਕ ਹਾਈਵੇ 402, ਆਟਵਾ ਤੋਂ ਕਿਊਬਿਕ ਬਾਰਡਰ ਤੱਕ ਹਾਈਵੇ 417, ਕਨਾਟਾ ਖੇਤਰ ਤੋਂ ਅਨਪ੍ਰੀਅਰ ਤੱਕ, ਵਿੰਡਸਰ ਤੋਂ ਟਿਲਬਰੀ ਤੱਕ ਹਾਈਵੇ 401, ਨਿਊ ਮਾਰਕੀਟ ਤੋਂ ਵੁਡਬਾਈਨ ਤੱਕ ਹਾਈਵੇ 404 ਉੱਪਰ ਲਾਗੂ ਹੈ।
ਦੱਸ ਦਈਏ ਕਿ ਸਰਕਾਰ ਵੱਲੋਂ 2 ਸਾਲ ਪਹਿਲਾਂ ਕਿਹਾ ਗਿਆ ਸੀ ਕਿ ਇਸ ਪਾਇਲਟ ਪ੍ਰੋਜੈਕਟ ਬਾਰੇ ਕਰਵਾਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 80% ਲੋਕਾਂ ਨੇ ਇਸ ਨੂੰ ਸਪੋਰਟ ਕੀਤਾ ਤੇ ਅੱਜ ਉਹਨਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸੇ ਵਿੱਚ 50 ਵਾਹਨ ਆਪਸ ਦੇ ਵਿੱਚ ਟਕਰਾ ਗਏ। ਇਸ ਦੌਰਾਨ ਕਈਆਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖਮੀ ਵੀ ਦੱਸੇ ਗਏ। ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਾਹਨ ਆਪਸ ਵਿੱਚ ਟਕਰਾਏ, ਇਸ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਦੇ ਉੱਪਰ ਇਹ ਵਾਹਨ ਟਕਰਾਏ ਉੱਥੇ ਸਨੋ ਪਈ ਹੋਈ ਸੀ। ਅਮਰੀਕਾ ਤੋਂ ਇੱਕ ਭਿਆਨਕ ਸੜਕ ਹਾਦਸੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪੈਨਸਿਲਵੇਨੀਆ ਵਿੱਚ ਦਰਜਨਾਂ ਵਾਹਨ ਆਪਸ ਵਿੱਚ ਟਕਰਾ ਗਏ। ਵਾਹਨ ਆਪਸ ਵਿੱਚ ਟਕਰਾਉਣ ਦੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਾਣੇ ਜ਼ਖਮੀ ਦੱਸੇ ਗਏ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜੇ ਪੂਰੀ ਡਿਟੇਲ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਸ ਥਾਂ ਦੇ ਉੱਪਰ ਇਹ ਹਾਦਸਾ ਵਾਪਰਿਆ ਉਸ ਸਮੇਂ ਇੱਥੇ ਵਾਹਨ ਚੱਲ ਰਹੇ ਸਨ। ਉਹਨਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 10:30 ਦੇ ਕਰੀਬ ਪੈਨਸਿਲਵੇਨੀਆ ਦੇ ਵਿੱਚ ਵਾਪਰਿਆ। ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਸਟੇਟ ਪੁਲਿਸ ਦੇ ਦੱਸਣ ਮੁਤਾਬਕ ਇੱਥੇ 40 ਤੋਂ 60 ਵਾਹਨ ਆਪਸ ਵਿੱਚ ਟਕਰਾ ਗਏ ਜਿਸ ਵਿੱਚ ਕਈ ਟਰੈਕਟਰ ਟ੍ਰੇਲਰ ਵੀ ਸ਼ਾਮਲ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 20 ਜਣਿਆਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਏ ਜਿਸ ਥਾਂ ਦੇ ਉੱਪਰ ਇਹ ਹਾਦਸਾ ਵਾਪਰਿਆ ਉੱਥੇ ਰਸਤੇ ਦੇ ਉੱਪਰ ਬਰਫ਼ ਪਈ ਹੋਈ ਸੀ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਵਾਹਨ ਆਪਸ ਵਿੱਚ ਟਕਰਾ ਗਏ। ਹੁਣ ਅਥਾਰਟੀਜ਼ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਦੀ ਸਪਸ਼ਟ ਜਾਣਕਾਰੀ ਉਹਨਾਂ ਵੱਲੋਂ ਕੁਝ ਸਮੇਂ ਦੇ ਵਿੱਚ ਹੀ ਸਾਂਝੀ ਕੀਤੀ ਜਾਵੇਗੀ। ਟੋਰਾਂਟੋ ਦੇ ਵਿੱਚ ਰੋਜ਼ਗਾਰ ਦਾ ਮੌਕਾ ਹੈ ਜਿੱਥੇ ਕਈਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇੱਥੇ ਇੱਕ ਨਵਾਂ ਪ੍ਰੋਗਰਾਮ ਮੈਟਾ ਜਾਣੀ ਕਿ ਫੇਸਬੁੱਕ ਦੀ ਪੈਰੈਂਟ ਕੰਪਨੀ ਵੱਲੋਂ ਲਿਆਂਦਾ ਜਾ ਰਿਹਾ ਹੈ ਜਿੱਥੇ ਕਈਆਂ ਨੂੰ ਨੌਕਰੀ ਹਾਸਲ ਕਰਨ ਦਾ ਮੌਕਾ ਮਿਲੇਗਾ। 2000 ਤੋਂ ਵੱਧ ਨੌਕਰੀਆਂ ਇੱਥੇ ਪੈਦਾ ਕੀਤੀਆਂ ਜਾਣਗੀਆਂ। ਟੋਰਾਂਟੋ ਤੋਂ ਨੌਕਰੀਆਂ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ 5 ਸਾਲਾਂ ਵਿੱਚ ਨਵੀਆਂ 2500 ਨੌਕਰੀਆਂ ਲਿਆਂਦੀਆਂ ਜਾਣਗੀਆਂ। ਦਰਅਸਲ ਟੋਰਾਂਟੋ ਦੇ ਵਿੱਚ ਨਵਾਂ ਮੈਟਾ ਇੰਜੀਨੀਅਰਿੰਗ ਹੱਬ ਖੋਲ੍ਹਿਆ ਜਾ ਰਿਹਾ ਜਿਸ ਤੋਂ ਬਾਅਦ ਕਈਆਂ ਨੂੰ ਰੋਜ਼ਗਾਰ ਮਿਲੇਗਾ। ਫੇਸਬੁੱਕ ਪੈਰੈਂਟ ਕੰਪਨੀ ਮੈਟਾ ਵੱਲੋਂ ਇੱਕ ਨਵਾਂ ਇੰਜੀਨੀਅਰਿੰਗ ਹੱਬ ਲਾਂਚ ਕੀਤਾ ਜਾ ਰਿਹਾ ਹੈ ਜਿਸ ਦੇ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਦੇ ਨਾਲ 2500 ਨਵੀਆਂ ਨੌਕਰੀਆਂ ਲਿਆਂਦੀਆਂ ਜਾਣਗੀਆਂ ਜੋ ਕਿ ਅਗਲੇ 5 ਸਾਲਾਂ ਵਾਸਤੇ ਹੋਣਗੀਆਂ। ਕੰਪਨੀ ਵੱਲੋਂ ਇਨ ਆਫਿਸ ਅਤੇ ਰਿਮੋਟ ਵਰਕ ਆਪਸ਼ਨਸ ਦਿੱਤੇ ਜਾਣਗੇ। ਇਸ ਬਾਰੇ ਬੋਲਦਿਆਂ ਮੈਟਾਸ ਪਬਲਿਕ ਪਾਲਿਸੀ ਮੈਨੇਜਰ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਇਸ ਹੱਬ ਵਾਸਤੇ ਕੈਨੇਡਾ ਦੀ ਚੋਣ ਇਸ ਕਰਕੇ ਕੀਤੀ ਕਿਉਂਕਿ ਇੱਥੇ ਕਾਫੀ ਜ਼ਿਆਦਾ ਟੈਲੈਂਟ ਹੈ। ਉਹਨਾਂ ਕਿਹਾ ਕਿ ਟੋਰਾਂਟੋ ਹੁਣ ਇਨੋਵੇਸ਼ਨ ਦਾ ਮੇਨ ਕੇਂਦਰ ਬਣਦਾ ਜਾ ਰਿਹਾ ਹੈ। ਦੱਸ ਦਈਏ ਕਿ CBRE ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਇਹ ਪਤਾ ਚੱਲਿਆ ਕਿ ਨਾਰਥ ਅਮਰੀਕਾ ਦੇ ਵਿੱਚ ਟੋਰਾਂਟੋ ਅੰਦਰ ਕਾਫੀ ਜ਼ਿਆਦਾ ਬੁੱਧੀਮਾਨ ਲੋਕ ਰਹਿੰਦੇ ਹਨ। ਉਹਨਾਂ ਵੱਲੋਂ ਟੋਰਾਂਟੋ ਨੂੰ ਬ੍ਰੇਨ ਗੇਨ ਦੱਸਿਆ ਗਿਆ। ਹੁਣ ਇਸ ਹੱਬ ਦੇ ਬਾਰੇ ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਨਵੇਂ ਲੋਕਾਂ ਨੂੰ ਨੌਕਰੀਆਂ ਤੇ ਰੱਖਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ $5,10,000 ਦੀ ਅਨਰਿਸਟ੍ਰਿਕਟਡ ਗ੍ਰਾਂਟ ਆਫਰ ਕੀਤੀ ਜਾਵੇਗੀ ਤੇ ਬਾਕੀ ਜਾਣਕਾਰੀ ਵੀ ਕੰਪਨੀ ਵੱਲੋਂ ਸਾਂਝੀ ਕੀਤੀ ਗਈ। 에ਅਰ ਕੈਨੇਡਾ ਵੱਲੋਂ ਇਸ ਹਫ਼ਤੇ ਵੱਡੀ ਖੁਸ਼ਖਬਰੀ ਦਿੱਤੀ ਗਈ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਕੈਪੈਸਿਟੀ ਲਿਮਿਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਪਹਿਲਾਂ ਕਰੋਨਾ ਪਾਬੰਦੀਆਂ ਦੇ ਕਾਰਨ ਕੁਝ ਲੋਕ ਹੀ ਸਫ਼ਰ ਕਰ ਸਕਦੇ ਸਨ। ਕੈਪੈਸਿਟੀ ਲਿਮਿਟ ਲਗਾਈ ਗਈ ਸੀ ਪਰ ਹੁਣ ਇਸ ਨੂੰ ਵਧਾਇਆ ਜਾ ਰਿਹਾ ਹੈ ਜਿਸ ਨਾਲ ਜ਼ਿਆਦਾ ਲੋਕ ਸਫ਼ਰ ਕਰ ਸਕਣਗੇ। 에ਅਰ ਕੈਨੇਡਾ ਵੱਲੋਂ ਕੈਨੇਡਾ ਆਉਣ ਵਾਲੀ ਯਾਤਰੀਆਂ ਨੂੰ ਚੰਗੀ ਖਬਰ ਦਿੱਤੀ ਗਈ ਹੈ ਜਿਸ ਮੁਤਾਬਕ ਹੁਣ 에ਅਰ ਕੈਨੇਡਾ ਵੱਲੋਂ ਆਪਣੀ ਕੈਪੈਸਿਟੀ ਦੁੱਗਣੀ ਕਰਨ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦਰਅਸਲ ਫੈਡਰਲ ਸਰਕਾਰ ਵੱਲੋਂ ਜੋ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ ਉਹਨਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ 에ਅਰ ਕੈਨੇਡਾ ਵੱਲੋਂ ਆਪਣੀ ਕੈਪੈਸਿਟੀ ਵਧਾਈ ਜਾਵੇਗੀ। ਮੌਜੂਦਾ ਸਮੇਂ ਜਿਨੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੈ ਉਸ ਕੈਪੈਸਿਟੀ ਨੂੰ ਵਧਾ ਕੇ ਹੁਣ 75% ਕੀਤਾ ਜਾਵੇਗਾ। ਹਾਲੇ ਇਹ ਕੈਪੈਸਿਟੀ ਪ੍ਰੀ ਪੈਂਡੈਮਿਕ ਲੈਵਲ ਦੇ ਉੱਪਰ ਨਹੀਂ ਪਹੁੰਚੇਗੀ ਪਰ ਇਸ ਨਾਲ ਕਾਫੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਜਿਹੜੇ ਫੁੱਲੀ ਵੈਕਸੀਨੇਟਡ ਯਾਤਰੀ ਕੈਨੇਡਾ ਵਿੱਚ ਆਉਣਗੇ ਉਹਨਾਂ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਬਾਕੀ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਭਾਵ ਕਿ ਸਰਕਾਰ ਵੱਲੋਂ ਪਹਿਲਾਂ ਹੀ PCR ਟੈਸਟ ਸੰਬੰਧੀ ਰਾਹਤ ਦੇ ਦਿੱਤੀ ਗਈ ਸੀ। ਹੁਣ ਤਾਜ਼ਾ ਐਲਾਨ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਉਤਸ਼ਾਹ ਹੈ ਕਿ ਉਹ ਕੈਨੇਡਾ ਦੀ ਯਾਤਰਾ ਕਰਨ। ਹੁਣ ਯਾਤਰਾ ਦੇ ਲਈ ਉਤਸ਼ਾਹ ਨੂੰ ਧਿਆਨ ਵਿੱਚ ਰੱਖਦਿਆਂ 에ਅਰਲਾਈਨ ਕੰਪਨੀਆਂ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਸੰਬੰਧ ਵਿੱਚ 에ਅਰ ਕੈਨੇਡਾ ਵੱਲੋਂ ਵੀ ਦੱਸਿਆ ਗਿਆ ਕਿ ਹੁਣ ਉਹਨਾਂ ਵੱਲੋਂ ਆਪਣੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾਵੇਗਾ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵਧਾਈ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਸ ਪ੍ਰੋਗਰਾਮ ਦੇ ਲਈ ਕਿੰਨਾ ਸਮਾਂ ਲੱਗੇਗਾ। ਜਾਣੀ ਕਿ ਫਾਈਲਾਂ ਦੀ ਪ੍ਰੋਸੈਸਿੰਗ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਉਹਨਾਂ ਦੀ ਪ੍ਰੋਸੈਸਿੰਗ ਦੇ ਵਿੱਚ ਕਿੰਨਾ ਸਮਾਂ ਲੱਗ ਰਿਹਾ ਹੈ ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਤੁਹਾਡੀ ਫਾਈਲ ਨੂੰ ਪ੍ਰੋਸੈਸ ਹੋਣ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਹੁਣ ਤੁਸੀਂ ਸਹੀ ਜਾਣਕਾਰੀ ਹਾਸਲ ਕਰ ਸਕੋਗੇ। ਜੀ ਹਾਂ, ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਇੱਕ ਵੱਡਾ ਐਲਾਨ ਕੀਤਾ ਗਿਆ।
ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਹੁਣ ਜਿਹੜੇ ਕਲਾਇੰਟ ਹਨ ਬੜੀ ਆਸਾਨੀ ਦੇ ਨਾਲ ਆਪਣੇ ਫਾਈਲਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਨੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਵੱਖ-ਵੱਖ ਫਾਈਲਾਂ ਦੀ ਪ੍ਰੋਸੈਸਿੰਗ ਦੇ ਵਿੱਚ ਕਿੰਨਾ ਸਮਾਂ ਲੱਗੇਗਾ। ਇਕਨੋਮਿਕ ਕਲਾਸ ਇਮੀਗ੍ਰੇਸ਼ਨ ਅਧੀਨ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਪ੍ਰੋਸੈਸਿੰਗ ਦੇ ਵਿੱਚ 7 ਮਹੀਨੇ, ਐਕਸਪ੍ਰੈਸ ਐਂਟਰੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਵਿੱਚ 27 ਮਹੀਨੇ, ਐਕਸਪ੍ਰੈਸ ਐਂਟਰੀ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਧੀਨ 27 ਮਹੀਨੇ, ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਅਧੀਨ 22 ਮਹੀਨੇ, ਨਾਨ ਐਕਸਪ੍ਰੈਸ ਐਂਟਰੀ ਅਲਾਈਨਡ ਪੀਐਨਪੀ ਦੇ ਜ਼ਰੀਏ 27 ਮਹੀਨੇ, क्यूबिक स्किल्ड वर्कर स्ट्रीम के लिए 31 महीने, क्यूबिक बिजनेस क्लास वास्ते 65 महीने, फेडरल सैल्फ इंप्लॉयड पर्सनस वास्ते 42 महीने, एटलांटिक इमीग्रेशन प्रोग्राम के लिए 14 महीने, स्टार्टअप वीजा वास्ते 31 महीने, केयर गिवर्स पायलट के वास्ते कोई भी प्रोसैसिंग टाइम अजे अवेलेबल नहीं है। इस तो बाद फैमिली क्लास इमीग्रेशन अधीन स्पाउस और कॉमन लॉ पार्टनर लिविंग इन कैनेडा के वास्ते 16 महीने, स्पाउस और कॉमन लॉ पार्टनर लिविंग आउटसाइड कैनेडा 19 महीने, पेरेंट्स एंड ग्रैंड पेरेंट्स प्रोग्राम दे विच 32 महीने फाइल दी प्रोसैसिंग दे उपर लग सकते ने। इमीग्रेशन विभाग ਵੱਲੋਂ ਦੱਸਿਆ ਗਿਆ ਹੈ ਕਿ ਟੈਂਪਰੇਰੀ ਰੈਜ਼ੀਡੈਂਸ ਐਪਲੀਕੇਸ਼ਨ ਅਧੀਨ ਵਿਜ਼ਿਟਰ ਵੀਜ਼ਾ ਆਊਟਸਾਈਡ ਕੰਟਰੀ ਇਸ ਦੀ ਪ੍ਰੋਸੈਸਿੰਗ ਵੱਖ-ਵੱਖ ਦੇਸ਼ਾਂ ਉੱਪਰ ਨਿਰਭਰ ਕਰਦੀ ਹੈ। ਵਿਜ਼ਿਟਰ ਵੀਜ਼ਾ ਇਨਸਾਈਡ ਕੈਨੇਡਾ ਦੀ ਪ੍ਰੋਸੈਸਿੰਗ ਦੇ ਵਾਸਤੇ 16 ਦਿਨ ਆਨਲਾਈਨ ਅਤੇ 48 ਦਿਨ ਬਾਈ ਪੇਪਰ, ਵਿਜ਼ਿਟਰ ਐਕਸਟੈਂਸ਼ਨ 162 दिन ऑनलाइन, 201 दिन बाय पेपर, पेरेंट्स एंड ग्रैंड पेरेंट्स सुपर वीजा अलग अलग देशों के उपर निर्भर करता है। स्टडी परमिट आउटसाइड कैनेडा 13 हफ्ते, स्टडी परमिट इनसाइड कैनेडा 9 हफ्ते, स्टडी परमिट एक्सटेंशन 75 दिन ऑनलाइन और 156 दिन बाय पेपर, वर्क परमिट आउटसाइड कैनेडा अलग अलग देशों के उपर निर्भर करता है। वर्क परमिट इनसाइड कैनेडा इनिशियल एप्लीकेशन और एक्सटेंशन 133 दिन ऑनलाइन ਅਤੇ 239 दिन बाय पेपर। इंटरनेशनल एक्सपीरियंस कैनेडा ਵੱਖ-ਵੱਖ ਦੇਸ਼ਾਂ ਦੇ ਉੱਪਰ ਨਿਰਭਰ ਕਰਦਾ ਹੈ। ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ 5 ਮਿੰਟ ਦਾ ਸਮਾਂ ਪ੍ਰੋਸੈਸਿੰਗ ਦੇ ਵਾਸਤੇ ਲੱਗੇਗਾ। ਸਿਟੀਜ਼ਨਸ਼ਿਪ ਅਧੀਨ ਸਿਟੀਜ਼ਨਸ਼ਿਪ ਗ੍ਰਾਂਟ ਦੇ ਵਾਸਤੇ 27 ਮਹੀਨੇ, ਸਿਟੀਜ਼ਨਸ਼ਿਪ ਸਰਟੀਫਿਕੇਟ ਪ੍ਰੂਫ ਆਫ ਸਿਟੀਜ਼ਨਸ਼ਿਪ 17 ਮਹੀਨੇ, ਰਿਜ਼ੰਪਸ਼ਨ ਆਫ ਸਿਟੀਜ਼ਨਸ਼ਿਪ 23 ਮਹੀਨੇ, सर्च ऑफ सिटीजनशिप रैकेट 15 महीने, अडॉप्शन 11 महीने, पीआर कार्ड के अधीन रीन्यूइंग और रिप्लेसिंग अ पीआर कार्ड के वास्ते 108 दिन, वेटिंग फॉर फर्स्ट कार्ड के वास्ते 103 दिन की प्रोसैसिंग का समा लगेगा। इस दे नाल ही जानकारी ਲਈ ਦੱਸ ਦਈਏ ਕਿ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਅਜੇ 1,84 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਆਪਣੀ ਫਾਈਲਾਂ ਦੇ ਫੈਸਲੇ ਦੇ ਵਾਸਤੇ ਉਡੀਕ ਕੀਤੀ ਜਾ ਰਹੀ ਹੈ, ਭਾਵ ਕਿ ਇਹ ਉਹਨਾਂ ਵੱਲੋਂ ਬੈਕਲੌਗ ਦੇ ਬਾਰੇ ਜਾਣਕਾਰੀ ਦੱਸੀ ਗਈ ਹੈ। ਹੁਣ ਪਾਸਪੋਰਟ ਹਾਸਲ ਕਰਨ ਦੇ ਵਾਸਤੇ ਲੰਬਾ ਇੰਤਜ਼ਾਰ ਨਹੀਂ ਕਰਨਾ ਪਏਗਾ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਬੜੀ ਆਸਾਨੀ ਦੇ ਨਾਲ ਜੇਕਰ ਤੁਹਾਡਾ ਪਾਸਪੋਰਟ ਗੁੰਮ ਜਾਵੇ ਜਾਂ ਉਸ ਨੂੰ ਕਿਸ ਤਰੀਕੇ ਦਾ ਨੁਕਸਾਨ ਹੋ ਜਾਵੇ ਤਾਂ ਤੁਸੀਂ ਉਸ ਨੂੰ ਰੀਨਿਊ ਕਰਵਾ ਸਕਦੇ ਹੋ, ਪਰ ਇਸ ਲਈ ਬਹੁਤਾ ਇੰਤਜ਼ਾਰ ਕਰਨਾ ਨਹੀਂ ਪਵੇਗਾ। ਆਪਣੇ ਪਾਸਪੋਰਟ ਨੂੰ ਰੀਨਿਊ ਕਰਾਉਣ ਦੇ ਪ੍ਰੋਸੈਸ ਨੂੰ ਹੁਣ ਹੋਰ ਸੌਖਾ ਕੀਤਾ ਜਾ ਰਿਹਾ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। दरअसल कैनेडा समेत ਵੱਖ-ਵੱਖ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਕੈਨੇਡੀਅਨਸ ਵੀ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਕਿ ਉਹ ਬਾਕੀ ਦੇਸ਼ਾਂ ਦਾ ਹਵਾਈ ਸਫ਼ਰ ਕਰਨਗੇ। ਅੱਜ ਇਮੀਗ੍ਰੇਸ਼ਨ ਮੰਤਰੀ ਵੱਲੋਂ ਪਾਸਪੋਰਟ ਰੀਨਿਊ ਕਰਾਉਣ ਦੇ ਪ੍ਰੋਸੈਸ ਨੂੰ ਹੋਰ ਸੌਖਾ ਕਰਨ ਸੰਬੰਧੀ ਐਲਾਨ ਕੀਤਾ। ਅੱਜ ਤੋਂ ਹੀ ਪਾਸਪੋਰਟ ਰੀਨਿਊ ਕਰਨ ਦਾ ਪ੍ਰੋਸੈਸ ਹੁਣ ਆਸਾਨ ਹੋਣ ਜਾ ਰਿਹਾ ਹੈ, ਜਿੱਥੇ ਆਸਾਨੀ ਨਾਲ ਤੁਸੀਂ ਐਕਸਪਾਇਰਡ ਪਾਸਪੋਰਟ ਨੂੰ ਰੀਨਿਊ ਕਰਵਾ ਸਕੋਗੇ। ਇਹ ਸੌਖਾ ਤਰੀਕਾ ਉਹਨਾਂ ਦੇ ਵਾਸਤੇ ਵੀ ਹੋਵੇਗਾ ਜਿਨ੍ਹਾਂ ਦਾ ਪਾਸਪੋਰਟ ਗਵਾਚ ਗਿਆ, ਚੋਰੀ ਹੋ ਗਿਆ ਜਾਂ ਫਿਰ ਉਸ ਨੂੰ ਕੋਈ ਨੁਕਸਾਨ ਹੋ ਗਿਆ। ਇਸ ਤੋਂ ਪਹਿਲਾਂ ਸਿੰਪਲ ਰੀਨਿਊ ਪ੍ਰੋਸੈਸ ਉਸ ਐਕਸਪਾਇਰਡ ਪਾਸਪੋਰਟ ਦੇ ਵਾਸਤੇ ਨਹੀਂ ਸੀ ਜਿਸ ਨੂੰ 1 ਸਾਲ ਦਾ ਸਮਾਂ ਹੋ ਗਿਆ ਹੋਵੇ। ਹੁਣ ਨਵੇਂ ਐਲਾਨ ਦੇ ਮੁਤਾਬਕ ਐਪਲੀਕੈਂਟਸ ਨੂੰ ਓਰੀਜਨਲ ਡਾਕੂਮੈਂਟਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ, ਜਿਸ ਦੇ ਵਿੱਚ ਪ੍ਰੂਫ ਆਫ ਸਿਟੀਜ਼ਨਸ਼ਿਪ ਜਾਂ ਫਿਰ ਫੋਟੋ ਆਈਡੈਂਟੀਫਿਕੇਸ਼ਨ ਦੇ ਬਾਰੇ ਦੱਸਿਆ ਗਿਆ। ਇਸ ਦੇ ਵਾਸਤੇ ਹੋਵੇਗਾ ਇਹ ਕਿ ਤੁਹਾਨੂੰ 2 ਫੋਟੋ, 2 ਰੈਫਰੈਂਸਸ, ਪੂਰਾ ਫਾਰਮ ਅਤੇ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 1 ਲੱਖ ਤੋਂ ਵੱਧ ਹੋਏ ਕੈਨੇਡਾ ਵਿੱਚ ਪੱਕੇ। ਇਮੀਗ੍ਰੇਸ਼ਨ ਬਾਰੇ ਆਈ ਖੁਸ਼ਖਬਰੀ। ਯਾਤਰੀਆਂ ਦੇ ਨਵੀਂ ਸ਼ਰਤ ਲਾਗੂ, ਜਾਣੋ ਕੀ ਹੋਵੇਗਾ ਜ਼ਰੂਰੀ। ਸਪਾਊਸ ਵੀਜ਼ਾ ਵਾਲਿਆਂ ਲਈ ਚੰਗੀ ਖਬਰ, ਹੁਣ ਛੇਤੀ ਲੱਗਣਗੇ ਸਪਾਊਸ ਵੀਜ਼ੇ। ਕੌਣ ਕੱਢ ਰਿਹਾ ਟਰੂਡੋ ਨੂੰ ਗਾਲਾਂ, ਟਰੂਡੋ ਖਿਲਾਫ ਪ੍ਰਦਰਸ਼ਨ ਕਿਉਂ। ਬਾਇਓਮੈਟ੍ਰਿਕ ਤੋਂ ਮਿਲੀ ਰਾਹਤ, ਯੂਕਰੇਨ ਤੋਂ ਆਉਣ ਵਾਲਿਆਂ ਨੂੰ ਢਿੱਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।